सत श्री अकाल जी। अज असी लाइव सैशन 31 दसंबर 2020 का लैके आए हैं तो इस दे विच असी पंजाबी हिंदी इंग्लिश विच जो भी नैनी दे क्वेरीज हैं 10-20 ते साडा लाइव सैशन शुरू होंदा हैगा। तो कोई भी जिहड़ा श्रोतागण है वो मेरे फोन नंबर उत्ते 9724685540 अपनी नैनी नाल संबंधित क्वेरीज रख सकता हैगा। सैशन शुरू होंदा हैगा। हाँ जी, हाँ जी, हेलो। हाँ जी, हाँ जी, बोलो। गुड मॉर्निंग सर। हाँ जी बेटा जी, पहला आप तुसी दसो कित्थों हो तुसी? सर मैं मोगा तो बोल रही ना। हाँ जी, हाँ जी, दसो। सर मेरा नाम सुखविंदर कौर है। सुखविंदर, हाँ जी, सुखविंदर जी बोलो। हाँ जी सर, मैं ना प्लस टू की हुई है और मैं नैनी बारे कुछ जानकारी लेना चाहती हूँ ਤੁਹਾਡੇ ਤੋਂ। अच्छा, +2 की हुई है, तुसी नैनी करना चाहते हो। नैनी कोर्स राजे हुंदा हैगा किसी भी बजुर्ग की केयर करना या किसी बच्चे की केयर करना या किसी अपंग की केयर करना या जिन्हों कोई स्पैशल कोई प्रॉब्लम है, डिसेबल्ड है, उसकी केयर करना या कोई प्रैगनेंट लेडी है, एक्सपैक्टिंग है या कन्वेलेसेंस है, कोई रिकवरी कर रहा है तो उसकी केयर करना, तो उसनों असी नैनी कहते हैं। तो कैनेडा में इसनों केयर गिवर का नाम दिता गया है। हाँ जी, अगला क्वेश्चन। सर नैनी स्कोप की है, इसके बारे कुछ जान सकते हैं मैनू? मैं नैनी के स्कोप दसन तो पहला ये कहांगा कि तुसी +2 हो तो तुसी भी कर सकते हो, कोई 10th वाला भी कर सकता, पर फाइल उसी टाइम कैनेडा की लगेगी जदों तुसी 13 क्लासा यानी कि BA पार्ट 1 नहीं या BCom पार्ट 1 नहीं या 1 ईयर का कंप्यूटर कोर्स किसी इंस्टीट्यूट का नहीं, 12 क्लास तो बाद कोई 1 साल का डिप्लोमा यूनिवर्सिटी तो किया होवे ते उहदी ECA हो जाती होवे ते ये साबित हो जाए ECA तो बाद कि वो 13 क्लासा या 13 तो वध है। मान लो BA है या BCom है या MEd है या ETT है, तो जो भी किया उन्हें यूनिवर्सिटी तो 1 साल का या उस तो वध का या 3 का या 5 का 12वीं तो बाद, तो उसनों असैस करवाना हैगा। तो असैसमेंट करन तो बाद अगर वो साबित होंदा है, कैनेडियन जिहड़ी एजेंसीज है साबित कर देंदियां कि ये जिहड़ा हैगा 13वीं या 13वीं तो वध तुसी पढ़े हो तो किसी भी स्ट्रीम का बच्चा वो अप्लाई कर सकता है, जरूरी नहीं कि नर्सिंग या मैडिकल होवे। हाँ जी, ਇਹਦੀ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਵੈਲਿਊ ਹੈ। ਤੇ ਦੂਸਰੀ ਗੱਲ, ਮੈਂ ਤੁਹਾਡਾ ਪਿਛਲਾ ਪ੍ਰਸ਼ਨ ਮਾਫੀ ਚਾਹੁੰਦਾ, ਇਹਦਾ ਸਕੋਪ ਬਹੁਤ ਜ਼ਿਆਦਾ ਹੈ ਕੈਨੇਡਾ ਦੇ ਵਿੱਚ, ਕਿਉਂਕਿ ਕੈਨੇਡਾ 'ਚ PR ਹੋ ਜਾਂਦੀ ਹੈ। ਜਿੱਥੇ PR ਨਹੀਂ ਹੁੰਦੀ ਪੰਜਾਬੀ ਬੰਦਾ ਉਸ ਜਗ੍ਹਾ ਤੇ ਜਾਣਾ ਨਹੀਂ ਚਾਹੁੰਦਾ। ਹਾਂ, ਤੁਸੀਂ ਸਪਾਊਸ ਬੇਸ ਤੇ ਅਗਰ ਮੰਨ ਲਓ ਜਾ ਰਹੇ ਹੋ ਤਾਂ ਤੁਸੀਂ ਕਿਤੇ ਵੀ ਅਗਰ ਇੰਪਲਾਇਰ ਤੁਹਾਡੇ ਨਾਲ ਐਮਬੈਸੀ ਵਿੱਚ ਨਹੀਂ ਆਉਂਦੀ ਤਾਂ ਇੰਪਲਾਇਰ ਨਾਲ ਉਹ ਬੰਦੇ ਦੀ ਡਾਇਰੈਕਟ ਹੋ ਜਾਂਦੀ ਹੈ, ਤਾਂ ਉਹ USA 'ਚ ਵੀ ਹੋ ਸਕਦਾ। ਪਰ ਇਹ ਕਹਿਣਾ ਕਿ ਨੈਨੀ ਦੇ ਬੇਸ ਤੇ ਨੈਨੀ ਵੀਜ਼ਾ USA, ਆਸਟ੍ਰੇਲੀਆ, ਆਇਰਲੈਂਡ ਦਾ ਲੱਗਣਾ ਤਾਂ ਉਹ ਨਹੀਂ ਲੱਗਦਾ। ਇਹ ਵਰਕ ਵੀਜ਼ਾ ਸਿਰਫ ਕੈਨੇਡਾ ਦੇ ਵਿੱਚ ਹੀ ਲੱਗਦਾ ਹੈਗਾ, ਨੈਨੀ ਜਾਂ ਕੇਅਰ ਗਿਵਰ ਦਾ। ਹਾਂ, ਨੈਨੀ ਦੇ ਤੌਰ ਤੇ ਤੁਸੀਂ ਕੰਮ ਜ਼ਰੂਰ ਕਰ ਸਕਦੇ, ਪਰ ਉਹ ਟੂਰਿਸਟ ਵੀਜ਼ੇ ਤੇ ਜਾ ਕੇ ਤੁਸੀਂ ਨੈਨੀ ਤੇ ਕੰਮ ਕੀਤਾ, ਕੈਸ਼ ਤੇ ਕੀਤਾ, ਕਾਗਜ਼ਾਂ ਵਿੱਚ ਨਾ ਹੋਇਆ, ਉਹ ਗੱਲ ਵੱਖਰੀ ਹੈ। ਚਾਹੇ ਉਹ USA 'ਚ ਕੀਤਾ ਕਿ ਤੁਸੀਂ ਉੱਥੇ ਸਪਾਊਸ ਹੋ ਜਾਂ ਉੱਥੇ PR ਹੋ ਤਾਂ ਉੱਥੇ ਕੰਮ ਕਰ ਰਹੇ ਹੋ ਐਜ਼ ਏ ਨੈਨੀ, ਤਾਂ ਉੱਥੇ ਸਰਟੀਫਿਕੇਟ ਤੁਹਾਨੂੰ ਲਾਹੇਵੰਦ ਹੋਏਗਾ। ਹਾਂ, ਐਮਬੈਸੀ ਦੇ ਰੂਟ ਦੇ ਥਰੂ ਤੁਸੀਂ USA ਜਾਂ ਕਿਸੇ ਹੋਰ ਐਮਬੈਸੀ ਇਹਨੂੰ ਐਕਸੈਪਟ ਨਹੀਂ ਕਰਦੀ ਜਿਵੇਂ ਕਿ ਕੈਨੇਡਾ ਕਰਦੀ ਹੈਗੀ। ਕੈਨੇਡਾ ਫਲੈਕਸੀਬਲ ਹੈ ਤੇ ਉੱਥੇ ਬਹੁਤ ਜ਼ਿਆਦਾ ਪਾਪੂਲੇਸ਼ਨ ਜਿਹੜੀ ਹੈਗੀ ਉਹ ਆਪਣੇ ਬੱਚਿਆਂ ਨੂੰ ਪਿੱਛੇ ਇਕੱਲਾ ਛੱਡ ਕੇ ਜਾਂਦੀ ਹੈ, ਤਾਂ ਉੱਥੇ ਗੌਰਮੈਂਟ ਵੱਲੋਂ ਇਹ ਰੈਗੂਲੇਸ਼ਨ ਤੇ ਪਾਲਿਸੀ ਹੈ ਕਿ ਉਹ ਬੱਚਿਆਂ ਨੂੰ ਇਕੱਲਾ ਛੱਡੇ ਨਾ, ਉਹ ਪ੍ਰੋਪਰ ਨੈਨੀ ਦੇ ਹੱਥਾਂ ਦੇ ਵਿੱਚ ਦੇਵੇ ਤੇ ਬਜ਼ੁਰਗਾਂ ਨੂੰ ਵੀ ਇਕੱਲਾ ਨਾ ਛੱਡੇ। ਹਾਂਜੀ, ਨਿਊ ਰੂਲਸ ਜਿਹੜੇ ਹੈਗੇ 2019 ਦੇ ਵਿੱਚ ਨਵੇਂ ਰੂਲਸ ਆਉਂਦੇ ਆ। ਹਰ 5 ਸਾਲ ਬਾਅਦ ਥੋੜਾ ਬਹੁਤਾ ਰੂਲ ਚੇਂਜ ਹੁੰਦਾ ਨੈਨੀ ਦੇ ਪ੍ਰੋਗਰਾਮ ਦਾ। ਸਪਾਊਸ ਵੀ ਨਾਲ ਜਾ ਸਕਦਾ ਹੈਗਾ, ਹਸਬੈਂਡ ਜਾਂ ਵਾਈਫ, ਤੇ ਉਹਦੇ ਬੱਚੇ ਵੀ ਜਾ ਸਕਦੇ ਆ। ਉਹਨਾਂ ਨੂੰ ਸਪਾਊਸ ਨੂੰ ਵਰਕ ਵੀਜ਼ਾ ਮਿਲ ਜਾਂਦਾ। ਓਪਨ ਵਰਕ ਵੀਜ਼ਾ ਮੀਨਸ ਉਹ ਕਿਸੇ ਰਿਸਟ੍ਰਿਕਟਡ ਨਹੀਂ, ਕਿਸੇ ਓਕੂਪੇਸ਼ਨ ਵਿੱਚ ਉਹ ਕਿਸੇ ਵੀ
ਤਰ੍ਹਾਂ ਦਾ ਕੰਮ ਕਰ ਸਕਦਾ, ਓਪਨ ਵਰਕ ਵੀਜ਼ਾ ਕਹਿੰਦੇ ਆ। ਤੇ ਬੱਚਿਆਂ ਨੂੰ ਡਿਪੈਂਡੈਂਟ ਵੀਜ਼ਾ ਮਿਲਦਾ ਜਾਂ ਚਿਲਡਰਨ ਨੂੰ ਸਟੱਡੀ ਵੀਜ਼ਾ ਮਿਲਦਾ ਅਗਰ ਉਹ ਇਹ ਸ਼ੋਅ ਕਰ ਦੇਣ ਕਿ ਉਹ DLI ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਟ ਦੇ ਵਿੱਚ ਉਹਨਾਂ ਨੇ ਐਡਮਿਸ਼ਨ ਲਈ ਆ। ਅਗਰ ਉਹਨਾਂ ਨੇ DLI ਨੰਬਰ ਹੁੰਦਾ ਹਰੇਕ ਕਾਲਜ ਯੂਨੀਵਰਸਿਟੀ ਦਾ, ਅਗਰ ਉਹ ਨਹੀਂ ਹੈ ਉਹਦੇ ਫਿਰ ਉਹਨਾਂ ਨੂੰ ਨਹੀਂ ਮਿਲਦਾ। ਇਹ ਧਿਆਨ ਰੱਖਣਾ ਤੁਹਾਡੇ ਕੋਲ ਉਹਨਾਂ ਦੀ ਸਟੱਡੀ ਵਾਸਤੇ ਪ੍ਰਪੋਜ਼ਲ ਆਇਆ ਹੋਵੇ, ਉਹਨਾਂ ਨੇ ਕਿਹਾ ਹੋਵੇ ਕਿ ਐਲੀਜੀਬਲ ਹੈ ਬੱਚਾ, ਤਾਂ ਮਿਲੇਗਾ ਨਾ। ਨੈਚੁਰਲੀ ਇੱਕ ਬੱਚਾ ਕਹੇ ਕਿ ਮੈਂ 10ਵੀਂ ਫੇਲ ਆ ਤਾਂ ਕੈਨੇਡਾ ਦੀ ਕਿਹੜੀ ਯੂਨੀਵਰਸਿਟੀ ਉਹਨੂੰ ਐਡਮਿਸ਼ਨ ਦੀ ਆਫਰ ਹੋਵੇ। ਹਾਂਜੀ ਹਾਂਜੀ ਸਰ ਜੇ 2 ਤੋਂ 3 ਸਾਲ ਦਾ ਆਪਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਹੈ ਤਾਂ ਉਹਦੇ ਵਿੱਚ ਆਪਾਂ ਬਿਨਾਂ ਨਾ ਸਕਦੇ ਆਪਣੇ ਹਾਂਜੀ 3 ਸਾਲ ਦਾ ਵਰਕ ਪਰਮਿਟ ਮਿਲਦਾ ਤੇ ਉਹਦੇ ਵਿੱਚ ਤੁਸੀਂ ਮਲਟੀਪਲ ਟਾਈਮ ਆ ਸਕਦੇ ਹੋ, EMPLOYER ਦੀ ਸਹਿਮਤੀ ਦੇ ਨਾਲ ਆ ਸਕਦੇ ਹੋ। ਹਾਂ ਅਗਰ ਤੁਸੀਂ ਇਹ ਚੀਜ਼ ਮਹਿਸੂਸ ਕਰਨੀ ਹੈ ਕਿ ਉੱਥੇ ਤੁਸੀਂ ਪੂਰੇ ਘੰਟੇ ਪੂਰੇ ਕਰਨੇ ਹੈ 3600 ਘੰਟੇ, ਅਗਰ ਉਹ 2 ਤੁਸੀਂ ਪੂਰੇ ਕਰ ਲੈਂਦੇ ਹੋ ਤਾਂ ਤੁਸੀਂ ਜਿਹੜੀ APR ਅਪਲਾਈਡ ਫॉर PR ਫਾਈਲ ਲਗਾਈ ਹੈ, ਤੁਸੀਂ ਉਸ ਤੋਂ ਬਾਅਦ ਪ੍ਰੋਪਰ ਜਿਹੜਾ ਆਫਿਸ ਹੈ ਉਸ ਨੂੰ EMPLOYER ਇਨਫੋਰਮ ਕਰਦਾ ਕਿ ਤੇ ਉਨੇ ਘੰਟੇ ਪੂਰੇ ਹੋ ਗਏ ਤਾਂ ਤੁਸੀਂ ਆਟੋਮੈਟਿਕ PR ਹੋ ਜਾਂਦੇ ਹੋ। ਠੀਕ ਹੈ ਸਰ ਤੇ ਸਕਸੈਸ ਰੇਟ ਜਿਹੜਾ ਹੈਗਾ ਦੇਖੋ 5500 ਐਪਲੀਕੇਸ਼ਨ ਹਰ ਸਾਲ ਲੱਗਦੀ ਹੈਗੀ, 2750 ਨਵੇਂ ਰੂਲਾਂ ਮੁਤਾਬਕ ਬੱਚਿਆਂ ਲਈ ਤੇ 2750 ਬਜ਼ੁਰਗਾਂ ਤੇ ਸਪੈਸ਼ਲ ਜਿਹੜੇ ਡਿਸਐਡਵਾਂਟੇਜ ਹੈਗੇ ਉਹਨਾਂ ਲਈ। ਤਾਂ ਟੋਟਲ 5500 ਵਰਡ ਚੋਂ ਐਪਲੀਕੇਸ਼ਨ ਉਹਨਾਂ ਨੇ ਚੱਕਣੀ ਹੈ, ਉਹਨਾਂ ਦੀ ਪ੍ਰੋਸੈਸਿੰਗ ਕਰਨੀ ਹੈਗੀ ਤੇ ਹਰ ਸਾਲ 5500 ਐਪਲੀਕੇਸ਼ਨ ਚੱਕਣੀ ਹੈਗੀ। ਤੇ ਡਿਪੈਂਡੈਂਟ ਜਿੰਨੇ ਮਰਜ਼ੀ ਹੋਣ, ਮੰਨ ਲਓ ਤੁਸੀਂ ਤੁਹਾਡੇ ਨਾਲ ਹਸਬੈਂਡ ਹੈ, ਤੁਹਾਡੇ ਬੱਚੇ ਹੈ, ਅਗਰ ਡਿਪੈਂਡੈਂਟ ਤੁਸੀਂ ਸਾਬਿਤ ਕਰ ਦਿੰਦੇ ਹੋ ਮੇਰੇ ਮਦਰ ਇਨ ਲਾ ਮੇਰੇ ਫਾਦਰ ਇਨ ਲਾ ਵੀ ਡਿਪੈਂਡੈਂਟ ਹੈ ਤਾਂ ਨੈਚੁਰਲੀ ਅਗਰ ਉਹ ਮਲਟੀਪਲ ਵੀ ਹੈ, ਕਹਿਣ ਦਾ ਮਤਲਬ ਹੈ ਕਿ ਨੰਬਰ ਆਫ ਡਿਪੈਂਡੈਂਟ ਅਗਰ 10 ਵੀ ਹੈ ਤਾਂ ਇਹ ਸਾਬਿਤ ਕਰ ਦੋ ਕਿ ਇੰਨੇ ਬੰਦੇ ਤੁਹਾਡੇ ਤੇ ਡਿਪੈਂਡ ਹੈ ਤਾਂ ਉਹ 10 ਵੀ ਨਾਲ ਚਲੇ ਜਾਣਗੇ ਤੇ ਉਹ ਵੀ ਆਟੋਮੈਟਿਕ 2 ਸਾਲ ਬਾਅਦ ਤੁਸੀਂ PR ਹੋਵੋਗੇ ਤਾਂ PR ਹੋ ਜਾਏਗਾ। ਹਾਂਜੀ ਦੇਖੋ ਜੀ ਕੋਵਿਡ ਚੱਲ ਰਿਹਾ ਹੈ, ਅਗਰ ਤੁਸੀਂ ਪਟਿਆਲੇ ਨੂੰ ਨਹੀਂ ਬਿਲੋਂਗ ਕਰਦੇ ਬਾਹਰ ਹੋ ਤਾਂ ਤੁਸੀਂ ਕੋਰਸਪੋਂਡੈਂਸ ਕਰ ਸਕਦੇ ਹੋ, ਆਨਲਾਈਨ ਕਰ ਸਕਦੇ ਹੋ, ਰੈਗੂਲਰ ਜਿਹੜਾ ਹੈਗਾ ਉਹ ਵੀ ਕਰ ਸਕਦੇ ਹੋ ਅਗਰ ਤੁਸੀਂ ਬਾਹਰ PG ਲੈ ਲਓ। ਕਿ ਅਸੀਂ ਹੋਸਟਲ ਫਿਲਹਾਲ ਕੋਵਿਡ ਦੀ ਰਿਸਟ੍ਰਿਕਸ਼ਨਾਂ ਕਰਕੇ ਅਸੀਂ ਉਸ ਨੂੰ ਵਿਦ ਹੈਂਡ ਕੀਤਾ ਹੋਇਆ। ਤਾਂ ਦੂਸਰੀ ਗੱਲ ਹੈ ਵੈਲਿਊ ਸੇਮ ਹੈ, ਆਨਲਾਈਨ ਦੀ ਵੀ ਸੇਮ ਹੈ ਤੇ ਕੋਰਸਪੋਂਡੈਂਸ ਦੀ ਵੀ ਸੇਮ ਹੈ ਤੇ ਰੈਗੂਲਰ ਦੀ ਵੀ ਸੇਮ ਹੈ। ਦੂਸਰੀ ਗੱਲ ਇੱਕ ਚੀਜ਼ ਉਹ ਯਾਦ ਰੱਖਣੀ ਹੈ, ਔਨ ਡਿਮਾਂਡ ਸਿਸਟਮ ਹੈ। ਔਨ ਡਿਮਾਂਡ ਦਾ ਮਤਲਬ ਜੇ ਨੈਸ਼ਨਲ ਓਪਨ ਸਕੂਲ ਦੇ ਵਿੱਚ ਹੁੰਦਾ ਕਿ ਬੱਚਾ ਕਹਿੰਦਾ ਮੇਰਾ ਇਸ ਟਾਈਮ ਪੇਪਰ ਲੈ ਲਓ, ਮੇਰਾ ਸਿਲੇਬਸ ਤਿਆਰ ਹੋ ਗਿਆ। ਕਈ ਬੱਚਿਆਂ ਦਾ 6 ਮਹੀਨੇ ਤੱਕ ਪੂਰੀ ਤਿਆਰੀ ਨਹੀਂ ਹੁੰਦੀ, ਇਹਦਾ ਮਤਲਬ ਨਹੀਂ ਕਿ ਉਹਨਾਂ ਦੀ ਰੀਪੀਅਰ ਆ ਜਾਏਗੀ। ਤਾਂ ਔਨ ਡਿਮਾਂਡ ਸਿਸਟਮ ਅਸੀਂ ਸ਼ੁਰੂ ਕੀਤਾ ਹੈ, ODE ਕਹਿੰਦੇ ਆ, ਜੋ ਕਿ ਨਵੇਂ ਦੇ ਮੁਤਾਬਕ। ਤਾਂ ਉਹ ਬੱਚੇ ਦਾ ਜਿਹੜਾ ਅਸੀਂ ਉਹਨੂੰ ਐਡਮਿਟ ਕਰ ਲੈਂਦੇ। ਦੂਸਰਾ ਕਈ ਬੱਚੇ ਜਿਹੜੇ ਦੂਸਰੇ ਇੰਸਟੀਟਿਊਸ਼ਨ ਦੇ ਹੁੰਦੇ ਆ ਉਹਨੇ ਨਹੀਂ ਦੁਬਾਰਾ ਕਰਨਾ ਚਾਹੁੰਦੇ ਆ ਤਾਂ ਮੈਂ ਉਹਨਾਂ ਨੂੰ ਕਹਿੰਦਾ ਕਿ ਸਾਡੇ ਅਗਰ ਮੰਨ ਲਓ 10 ਸਬਜੈਕਟ ਹੈ ਉਹਨਾਂ ਦੇ 5 ਆ, ਉਹਨਾਂ ਚੋਂ ਮਾਈਨਸ ਕਰ ਲਓ 5 ਲਈ ਅਪੀਅਰ ਹੋ ਜਾਓ ਤਾਂ ਅਸੀਂ ਕ੍ਰੈਡਿਟ ਟ੍ਰਾਂਸਫਰ ਕਰਕੇ ਆਪਣਾ ਉਹਨਾਂ ਨੂੰ ਐਗਜ਼ਾਮ ਲੈ ਕੇ ਸਰਟੀਫਿਕੇਟ ਅਵਾਰਡ ਕਰ ਦਿੰਦੇ ਹਾਂ। ਹਾਂਜੀ 2 ਸਾਲ ਬਾਅਦ PR ਮਿਲ ਜਾਂਦੀ ਹੈ, ਪ੍ਰੋਵਾਈਡਡ ਤੁਸੀਂ ਉੱਥੇ ਕੰਮ ਪ੍ਰੋਪਰ ਉਹਦੀ ਸੈਟਿਸਫੈਕਸ਼ਨ ਦਾ EMPLOYER ਨਾਲ ਕੀਤਾ ਹੈਗਾ। ਅਗਰ ਤੁਸੀਂ ਉਹ ਪੂਰੇ ਘੰਟੇ ਐਬਸੈਂਟ ਹੀ ਰਹੇ ਹੋ ਤਾਂ ਫਿਰ ਨੈਚੁਰਲੀ ਤੁਹਾਨੂੰ ਉਹ ਪ੍ਰਿਸਕ੍ਰਾਈਬਡ ਆਵਰਸ ਪੂਰੇ ਕਰਨੇ ਪੈਣਗੇ ਸੈਟਿਸਫੈਕਟਰੀ। ਹਾਂਜੀ ਦੇਖੋ ਜੀ ਜਿਹੜਾ ਉਹ PR ਹੋਣਾ ਚਾਹੀਦਾ ਤੇ ਦੂਸਰਾ ਉਹ 69,000 ਕੈਨੇਡੀਅਨ ਮਿਨੀਮਮ, ਉਹਦੀ 69,000 ਸਾਰੇ ਸਰੋਤਾਂ ਤੋਂ ਸਾਰੇ ਸੋਰਸਿਸ ਤੋਂ ਪਰ ਐਨਮ ਪ੍ਰਤੀ ਸਾਲ ਇਨਕਮ ਹੋਣੀ ਚਾਹੀਦੀ ਹੈ। ਕਿਉਂਕਿ ਮੰਨ ਲਓ ਇੱਕ ਬੰਦਾ 5,000 ਕਮਾ ਰਿਹਾ ਇੰਡੀਆ ਵਿੱਚ, ਉਹ 4,000 ਕਿੱਥੋਂ ਦੇ ਦੇਗਾ ਨੈਨੀ ਨੂੰ, ਯਾਨੀ ਕਿ ਇਹ ਇੱਕ ਮਾਪਦੰਡ ਹੈ। ਤੇ ਉਹ ਜਿਹੜਾ ਹੈਗਾ ਤੁਹਾਨੂੰ 5 ਪੇਜ ਦਾ ਇੱਕ ਜੌਬ ਆਫਰ ਹੈ, ਪੇਜ ਉਹ ਐਗਰੀਮੈਂਟ ਤੁਹਾਡੇ ਨਾਲ ਕਰੇਗਾ, ਉਹ ਭੇਜੇਗਾ ਤੁਹਾਨੂੰ। ਤੇ ਉਹ ਜੌਬ ਆਫਰ ਤੁਸੀਂ ECA ਦੇ ਨਾਲ ਜਿਹੜੀ ਅਵੈਲੂਏਸ਼ਨ ਕਰਾਈ ਹੈ ਤੁਸੀਂ ਆਪਣੀ ਕੁਆਲੀਫਿਕੇਸ਼ਨ ਦੀ ਅਕੈਡਮਿਕ ਦੀ, ਕਿਉਂਕਿ ਕੁਆਲੀਫਿਕੇਸ਼ਨ 2 ਤਰ੍ਹਾਂ ਦੀ ਹੈ, ਇੱਕ ਅਕੈਡਮਿਕ ਹੁੰਦੀ ਹੈ, ਇੱਕ ਵੋਕੇਸ਼ਨਲ। ਅਕੈਡਮਿਕ ਜਿਹੜੀ ਹੈ 12ਵੀਂ ਹੋ ਗਈ, 13ਵੀਂ ਹੋ ਗਈ, BA ਹੋ ਗਈ, BCom, ਉਹਨੂੰ ਅਵੈਲੂਏਟ ਕਰਾਉਣਾ ਨਾ ਨਹੀਂ ਨੈਨੀ ਨੂੰ, ਕਿਉਂਕਿ ਨੈਨੀ ਕੋਰਸ ITI ਵਾਂਗ ਹੈ, ਜਿਵੇਂ ਕਿ ਵੈਸਟ ਦੀ ਸਾਈਡ ਤੇ ਲਿਖਿਆ ਵਰਡ ਐਜੂਕੇਸ਼ਨ ਸਰਵਿਸ ਓਕੂਪੇਸ਼ਨਲ ਪ੍ਰੋਫੈਸ਼ਨਲ, ਇਹ ਵੋਕੇਸ਼ਨਲ ਕੋਰਸ ਹੈ, ਐਵੈਲੂਏਟ ਨਹੀਂ ਹੁੰਦੇ। ਇਹਨੂੰ ਨਹੀਂ ਐਵੈਲੂਏਟ ਕਰਾਉਣਾ, ਕਿਸ ਨੂੰ ਕਰਵਾਉਣਾ ਹੈ ਤੁਸੀਂ ਅਕੈਡਮਿਕ ਕੁਆਲੀਫਿਕੇਸ਼ਨ ਨੂੰ BA BCom BSc ਨਰਸਿੰਗ GNM ਨੂੰ, ਉਹਨੂੰ ਐਵੈਲੂਏਟ ਕਰਾਉਣਾ ਕੈਨੇਡਾ ਦੀ ਉਹਨਾਂ ਏਜੰਸੀਆਂ ਨੂੰ ਜਿਹੜੀ ਆਥੋਰਾਈਜ਼ਡ ਹੈਗੀਆਂ। ਅਗਰ ਤੁਸੀਂ ਖੁਦ ਕਰ ਰਹੇ ਹੋ ਉਹ ਐਵੈਲੂਏਸ਼ਨ ਤਾਂ ਗਲਤੀ ਕਿਤੇ ਨਾ ਹੋ ਜੇ ਤਾਂ ਇਹ ਧਿਆਨ ਰੱਖਣਾ ਹੈ, ਨਹੀਂ ਤਾਂ ਤੁਸੀਂ ਕਿਸੇ ਵਕੀਲ ਦੀ ਸਲਾਹ ਲੈ ਸਕਦੇ ਹੋ। ਤਾਂ ਕੁਛ ਜਿਹੜੇ ਏਜੰਸੀਜ਼ ਹੈ ਜਾਂ ਕੁਛ ਫ੍ਰੀਲਾਂਸ
ਹੈਗੇ ਫ੍ਰੀਲਾਂਸ ਕੰਸਲਟੈਂਟ ਹੁੰਦੇ ਆ, ਜਿਹੜੇ ਕੰਸਲਟੈਂਟ ਵਕੀਲ ਨਹੀਂ ਹੁੰਦੇ ਪਰ ਉਹ ਵਕੀਲ ਤੋਂ ਘੱਟ ਨਹੀਂ ਹੁੰਦੇ, ਉਹ ਤੁਹਾਨੂੰ ਗਾਈਡ ਕਰਦੇ ਆ, ਉਹ ਫਾਈਲ ਨਹੀਂ ਲਗਾਉਂਦੇ, ਉਹ ਤੁਹਾਨੂੰ ਵੈਸ ਕਰਾਉਣ ਜਾਂ ECA ਕਰਾਉਣ 'ਚ ਜਾਂ ਆਈਕਾਸ ਜਾਂ ICS ਕਰਾਉਣ 'ਚ ਮਦਦ ਕਰਦੇ ਆ ਕੁਝ ਸਰਵਿਸ ਚਾਰजेस ਲੈ ਕੇ। ਹਾਂਜੀ, ਕੋਈ ਲੜਕੇ ਵੀ ਕਰ ਸਕਦੇ ਨੇ? ਦੋਨਾਂ ਲਈ, ਬੋਥ ਸੈਕਸਿਸ ਲਈ, ਲੜਕਾ ਵੀ ਕਰ ਸਕਦਾ, ਲੜਕੀ ਵੀ ਕਰ ਸਕਦੀ ਹੈ। ਨੈਨੀ ਪ੍ਰੋਗਰਾਮ ਜਿਹੜਾ ਕੈਨੇਡਾ ਦਾ 2019 ਦੇ ਵਿੱਚ ਆਇਆ, ਉਹ ਇੱਕ ਤਾਂ ਹੈਗਾ ਚਾਈਲਡ ਕੇਅਰ ਗਿਵਰ ਦਾ, ਯਾਨੀ ਕਿ ਬੱਚਿਆਂ ਦੀ ਦੇਖਭਾਲ ਲਈ, ਦੂਜਾ ਹੋਮ ਸਪੋਰਟ ਵਰਕਰ ਜਿਹਦੇ ਵਿੱਚ ਬਜ਼ੁਰਗਾਂ ਦਾ ਹੋ ਗਿਆ, ਜਾਂ ਕੋਈ ਚਾਈਲਡ ਆਟਿਸਟਿਕ ਹੈ, ਮੰਦਬੁੱਧੀ ਹੈ, ਜਾਂ ਕੋਈ ਡਿਸੇਬਲਡ ਹੈ ਬੰਦਾ, ਜਾਂ ਕੋਈ ਬਿਮਾਰ ਹੈ, ਉਹ ਦੋ ਕੈਟੇਗਰੀਜ਼ ਹੈਗੀਆਂ। ਦੋਨੋਂ ਕੈਟੇਗਰੀਜ਼ ਦੇ ਵਿੱਚ PR ਹੁੰਦਾ ਹੈਗਾ, ਤਾਂ ਐਮਪਲਾਇਰ ਨੈਚੁਰਲੀ ਇਹ ਸ਼ੋ ਕਰੇਗਾ ਜਿਹਦੇ ਘਰ ਵੀ ਬੱਚਾ ਹੈਗਾ ਜਾਂ ਬਜ਼ੁਰਗ ਹੈਗਾ, ਤਾਂ ਉਹ ਬਜ਼ੁਰਗ 65 ਸਾਲ ਤੋਂ ਉੱਪਰ ਦਾ ਹੋਵੇ ਤੇ ਬੱਚਾ ਜਿਹੜਾ 18 ਸਾਲ ਤੋਂ ਘੱਟ ਦਾ ਹੋਵੇ। ਪਰ ਚਾਂਸਿਸ ਹੈਗੇ ਕਿ ਸਕਸੈਸ ਰੇਟ ਜਿਹੜਾ 12 ਤੋਂ 14 ਤੋਂ ਵੱਧ ਉਮਰ ਦਾ ਬੱਚਾ ਜਿਹੜਾ ਹੈਗਾ, ਇਹ ਮੰਨਿਆ ਜਾਂਦਾ ਕਿ ਆਪਣੀ ਦੇਖਭਾਲ ਕਰ ਸਕਦਾ ਹੈ। ਇਹ ਨਹੀਂ ਕਿ ਉਹਦੇ ਲਈ ਅਪਲਾਈ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਦੇ ਥੋੜਾ ਸਕਸੈਸ ਰੇਟ ਘੱਟ ਜਾਂਦਾ ਹੈਗਾ। ਹਾਂਜੀ, ਨਹੀਂ, ਇਹ ਐਕਚੁਅਲੀ ਰਿਊਮਰਸ ਹੁੰਦੀ ਹੈ, ਹਰ ਸਾਲ ਇਹ ਚੀਜ਼ ਨਵੀਂ ਆਉਂਦੀ ਹੈ। ਨੈਨੀ ਪ੍ਰੋਗਰਾਮ ਬਹੁਤ ਪੁਰਾਣਾ ਹੈਗਾ ਤੇ 2009 ਤੋਂ 2014 ਪ੍ਰੋਗਰਾਮ ਦਾ ਕੁਝ ਹੋਰ ਨਾਮ ਸੀ, 2014 ਤੋਂ 2019 ਪ੍ਰੋਗਰਾਮ ਦਾ ਕੁਝ ਹੋਰ ਨਾਮ ਸੀ, ਉਹਦੀ ਸ਼ਰਤਾਂ ਕੁਝ ਹੋਰ ਸੀ, ਤੇ 2019 ਤੋਂ ਲੈ ਕੇ ਹੁਣ 2024 ਤੇ ਫਿਰ ਇਸ ਤੋਂ ਬਾਅਦ ਫਿਰ 2029 ਤੱਕ ਚੱਲੇਗਾ। ਹਾਂਜੀ, ਹਾਂਜੀ, ਤੁਸੀਂ ਅਗਰ ਉਹ ਐਕਸਪਲਾਈਟੇਸ਼ਨ ਕਰਦਾ, ਕੋਈ ਸੈਕਸ਼ੂਅਲ ਅਬਿਊਜ਼ ਕਰਦਾ, ਜਾਂ ਤੁਹਾਨੂੰ ਗਾਲੀ ਗਲੋਚ ਕਰਦਾ, ਜਾਂ ਕਿਸੇ ਵੀ ਚੀਜ਼ ਦੇ ਉੱਪਰ ਉਹ ਮਤਲਬ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਦਾ ਹੈਗਾ, ਐਮਪਲਾਇਰ ਐਗਰੀਮੈਂਟ ਦੇ ਅਗੇਂਸਟ ਜਾਂਦਾ ਹੈਗਾ, ਤੁਹਾਡੀ ਪੇਮੈਂਟ ਦੇ ਵਿੱਚ ਕੋਈ ਦਿੱਕਤ ਕਰਦਾ ਹੈਗਾ, ਤਾਂ ਨੈਚੁਰਲੀ ਤੁਸੀਂ ਉਹਨੂੰ ਛੱਡ ਕੇ ਦੂਸਰਾ ਐਮਪਲਾਇਰ ਕਰ ਸਕਦੇ ਹੋ। ਤੁਹਾਡਾ ਵਰਕ ਪਰਮਿਟ ਉਹੀ ਰਹੇਗਾ, ਕਿਉਂਕਿ ਇਹ ਜਿਹੜਾ ਵਰਕ ਪਰਮਿਟ ਹੈ ਇਹ ਆਕੂਪੇਸ਼ਨ ਸਪੈਸੀਫਿਕ ਹੈ, ਇਹ ਤੁਹਾਡੇ ਪੇਸ਼ੇ ਨਾਲ ਸਪੈਸੀਫਿਕ ਹੈ। ਤੁਸੀਂ ਨੈਨੀ ਦਾ ਕੰਮ ਨਹੀਂ ਕਰ ਸਕਦੇ ਹੋ ਉਸ ਟਾਈਮ 'ਚ। ਤੁਸੀਂ ਜਦੋਂ ਇਹਨੂੰ PR ਹੋ ਗਿਆ ਤਾਂ ਜਦੋਂ ਤੁਸੀਂ ਪੂਰਾ ਟਾਈਮ ਕਰ ਲਿਆ, ਫਿਰ ਇਹਨੂੰ ਓਪਨ ਵਰਕ ਵੀਜ਼ੇ 'ਚ ਕਨਵਰਟ ਕਰਨਾ। ਤੁਸੀਂ ਇਹ ਨੈਨੀ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਸ਼ਿਫਟ ਕਰ ਸਕਦੇ ਹੋ, ਤੁਸੀਂ ਐਮਪਲਾਇਰ ਬਦਲ ਸਕਦੇ ਹੋ। ਇਹ ਬੜੀ ਵੱਡੀ ਚੀਜ਼ ਹੈ, ਐਮਪਲਾਇਰ ਬਦਲਿਆ ਜਾ ਸਕਦਾ ਹੈਗਾ। ਹਾਂਜੀ, ਨਹੀਂ, ਨਵੇਂ ਰੂਲਸ ਮੁਤਾਬਕ ਪਹਿਲਾਂ ਸੀ ਲਿਵ ਇਨ ਕੇਅਰ ਨੈਨੀ, ਉਹਦੇ 'ਚ ਬਹੁਤ ਸਾਰੀਆਂ ਐਕਸਪਲਾਈਟੇਸ਼ਨ ਹੋਈਆਂ, 24 ਘੰਟੇ ਕੰਮ ਲਿੱਤਾ ਗਿਆ 8 ਘੰਟੇ ਦੀ ਬਜਾਏ। ਹੁਣ ਨੈਨੀ ਨੇ ਜਦੋਂ ਪ੍ਰਿਸਕ੍ਰਾਈਬਡ ਘੰਟੇ ਕੰਮ ਕਰ ਲਿਆ, ਉਸ ਤੋਂ ਬਾਅਦ ਉਹ ਲੜਕੀ ਜਾਂ ਲੜਕਾ ਆਪਣਾ ਦੂਸਰੀ ਜਗ੍ਹਾ ਤੇ ਜਿੱਥੇ ਵੀ ਉਹਨਾਂ ਨੇ ਬੋਰਡਿੰਗ ਲੌਜਿੰਗ ਦਾ ਪ੍ਰਬੰਧ ਕੀਤਾ ਉੱਥੇ ਜਾ ਸਕਦਾ। ਬਿਲਕੁਲ ਚੁਣ ਸਕਦੇ ਹੋ, ਪਰ ਐਮਬੈਸੀ ਨੂੰ ਜਸਟੀਫਾਈ ਕਰਨਾ ਪਏਗਾ ਤੁਹਾਨੂੰ ਕਿ ਤੁਸੀਂ ਜੈਨੂਇਨ ਨੈਨੀ ਹੋ, ਕਿ ਤੁਸੀਂ ਜੈਨੂਇਨ ਨੈਨੀ ਹੋ ਤੇ ਉਹਨਾਂ ਨੂੰ ਜ਼ਰੂਰਤ ਹੈ, ਤੇ ਤੁਸੀਂ ਨੈਨੀ ਦਾ ਹੀ ਕੰਮ ਉਹਨਾਂ ਦੇ ਘਰ ਕਰੋਗੇ, ਨਾ ਕਿ ਕਬੂਤਰਬਾਜੀ ਕਰਕੇ ਤੁਸੀਂ PR ਲੈਣ ਲਈ ਜਾ ਰਹੇ ਹੋ। ਅਗਰ ਤੁਹਾਡੇ ਕੋਲ ਸਫੀਸ਼ੀਐਂਟ ਸਬਸਟੈਂਸ਼ੀਅਲ ਪ੍ਰੂਫ ਹੈ ਕਿ ਤੁਸੀਂ ਜੈਨੂਇਨ ਨੈਨੀ ਹੋ, ਕੇਅਰ ਗਿਵਰ ਹੋ, ਤੇ ਵਾਕਈ ਉਹਨਾਂ ਦੇ ਬੱਚੇ ਜਾਂ ਬਜ਼ੁਰਗ ਨੂੰ ਸਾਂਭਣ ਜਾ ਰਹੇ ਹੋ, ਤਾਂ ਨੈਚੁਰਲੀ ਤੁਸੀਂ ਇਹ ਕਨਵਿੰਸ ਕਰਨਾ ਹੈ ਐਮਬੈਸੀ ਨੂੰ ਆਪਣੇ ਡਾਕੂਮੈਂਟਸ ਦੇ ਨਾਲ, ਤੇ ਜਦੋਂ ਇੰਟਰਵਿਊ ਹੋਵੇ ਤਾਂ। ਹਾਂਜੀ, ਇਹਦੇ ਵਿੱਚ ਨੈਨੀ ਦੇ ਵਿੱਚ ਕਿਊਬਿਕ ਨੂੰ ਛੱਡ ਕੇ, ਕਿਊਬਿਕ ਪ੍ਰੋਵਿੰਸ ਨੂੰ ਛੱਡ ਕੇ ਜਿਹੜਾ ਹੈਗਾ LMI ਇਹਦੇ ਵਿੱਚ ਨਹੀਂ ਹੈ, ਲੇਬਰ ਮਾਰਕੀਟ ਇੰਪੈਕਟ ਨਹੀਂ ਹੈ, ਤਾਂ ਇਹ ਕੋਈ ਜ਼ਰੂਰੀ ਨਹੀਂ ਹੈ। ਹੁਣ ਸਿਰਫ ਜੌਬ ਆਫਰ ਚਾਹੀਦੀ ਹੈ ਆਪਾਂ ਨੂੰ। ਜੌਬ ਆਫਰ ਵੀ ਉਸ ਟਾਈਮ ਮੰਗਾਣੀ ਹੈ ਜਦੋਂ ਤੁਸੀਂ ECA ਕਰ ਲਈ ਹੈ, IELTS ਕਰ ਲਈ ਹੈ, ਤੇ ਇਹ ਚੀਜ਼ਾਂ ਕਰ ਲਈਆਂ, ਤੇ ਅਗਰ ਤੁਹਾਡੇ ਇਹਦੇ ਨਾਲ ਥੋੜਾ ਬਹੁਤਾ ਤਜਰਬਾ ਅਗਰ ਆ ਜਾਂਦਾ, ਤੁਸੀਂ ਟ੍ਰੇਨਿੰਗ ਲੈ ਲੈਂਦੇ ਹੋ। ਵੀ ਬਹੁਤ ਸਾਰੇ ਬੱਚਿਆਂ ਨੂੰ ਮੈਂ ਗਾਈਡ ਕਰਦਾ ਹੈਗਾ ਕਿ ਉਹ ਥਿਓਰੈਟੀਕਲ, ਬਹੁਤ ਸਾਰੇ ਨੈਨੀ ਇੰਸਟੀਚਿਊਟ ਜਿਹੜੇ ਕਿਰਾਏ ਤੇ ਖੁੱਲੇ ਹੈਗੇ, ਉਹ ਕੋਸ਼ਿਸ਼ ਕੀ ਕਰਦੇ ਆ, ਬੱਚੇ ਨੂੰ 15 ਕੁ ਦਿਨ ਪੜ੍ਹਾਉਂਦੇ ਆ, 15 ਦਿਨ ਤੋਂ ਬਾਅਦ IELTS ਵਿੱਚ ਕਹਿ ਦਿੰਦੇ ਆ ਫ੍ਰੀ ਹੈ। ਉਹ ਤਕਰੀਬਨ 5.5 ਮਹੀਨੇ IELTS ਹੀ ਪੜ੍ਹਾਉਂਦੇ ਰਹਿੰਦੇ ਆ। ਯਾਨੀ ਕਿ ਤੁਸੀਂ ਧਿਆਨ ਨਾਲ ਸੁਣੋ। ਹਾਂਜੀ, ਹਾਂਜੀ, ਤਾਂ ਤੁਸੀਂ ਬਿਹਤਰ ਹੈ ਕਿ ਅਗਰ ਤੁਸੀਂ ਕੋਰਸ ਰੈਗੂਲਰ ਕਰਨਾ ਹੈ ਤਾਂ ਤੁਸੀਂ ਆਪਣੇ ਇੰਸਟੀਟਿਊਸ਼ਨ ਨੂੰ ਕਹੋ ਵੀ ਸਾਡੀਆਂ 5-10 ਕਲਾਸਾਂ ਲੈ ਲੈ ਭਾਈ, ਸਾਨੂੰ ਹਸਪੀਟਲ ਦੀ ਟ੍ਰੇਨਿੰਗ ਦਵਾ 6 ਮਹੀਨੇ ਦੀ, NABH ਹਸਪੀਟਲ ਤੋਂ, ਜਿੱਥੇ MBBS MD ਡਾਕਟਰ MS ਹੋਣ। ਠੀਕ ਹੈ, ਤਾਂ ਕੋਸ਼ਿਸ਼ ਕਰੋ। ਦੂਸਰੀ ਗੱਲ, ਤੁਹਾਡੇ ਇੰਸਟੀਟਿਊਸ਼ਨ ਜਿਹੜਾ ਵੀ ਨੈਨੀ ਦਾ ਪਿਛਲੇ 20-25 ਸਾਲ ਤੋਂ ਫੋਨ ਨੰਬਰ ਨਾ ਚੇਂਜ ਹੋਇਆ ਹੋਵੇ। ਅਗਰ ਫੋਨ ਨੰਬਰ ਚੇਂਜ ਹੁੰਦਾ ਕਿਸੇ ਦਾ ਹੈ
ਤੇ ਉਹਦੇ ਕੋਲ ਲੈਂਡਲਾਈਨ ਨੰਬਰ ਜ਼ਰੂਰ ਹੋਵੇ। ਜੇ ਅਗਰ ਲੈਂਡਲਾਈਨ ਤੇ ਐਮਬੈਸੀ ਨੇ ਫੋਨ ਕਰ ਲਿਆ, ਲੈਂਡਲਾਈਨ ਇੱਕ ਆਥੈਂਟਿਕ ਚੀਜ਼ ਹੈ। ਲੈਂਡਲਾਈਨ ਨੰਬਰ ਇਹਦਾ ਮਤਲਬ ਹੈ ਕਿ ਬੰਦਾ ਅਫੋਰਡ ਕਰ ਸਕਦਾ, ਠੀਕ ਹੈ ਜੀ। ਤਾਂ ਬਹੁਤੇ ਕੇਸਿਸ ਦੇ ਵਿੱਚ ਉਹਨਾਂ ਨੇ ਰੈਂਟ ਐਗਰੀਮੈਂਟ ਲੀਜ਼ ਤੱਕ ਮੰਗਾਏ ਹੈਗੇ ਕਿ ਵਾਕਈ ਉਹ ਬੰਦਾ ਉੱਥੇ ਰਹਿ ਰਿਹਾ, ਕਿੰਨੇ ਚਿਰ ਤੋਂ ਰਹਿ ਰਿਹਾ ਇੰਸਟੀਟਿਊਸ਼ਨ, ਤਾਂ ਉਹਦੀ ਵੈਬਸਾਈਟ ਹੈਗੀ, ਉਹਦੇ ਪ੍ਰੋਟੋਕੋਲਸ ਕੀ ਹੈ, ਉਸਦਾ ਜਿਹੜੇ ਫੈਕਲਟੀ ਹੈ ਜਾਂ ਓਨਰ ਹੈ ਉਹਦੀ ਕੁਆਲੀਫਿਕੇਸ਼ਨ ਕੀ ਹੈ, ਉਹ ਕਿੰਨੇ ਚਿਰ ਤੋਂ ਕਰਾ ਰਿਹਾ, ਕਿ ਉਹ ਇਕੱਲਾ ਨੈਨੀ ਦੇ ਆਇਲਸ ਦੀ ਫਾਈਲਿੰਗ ਤਾਂ ਨਹੀਂ ਕਰਦਾ ਉਹ ਕਿਤੇ ਫਾਈਲਿੰਗ ਦੇ ਵਿੱਚ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਇੰਸਟੀਟਿਊਸ਼ਨ ਕਦੀ ਵੀ ਫਾਈਲਿੰਗ ਨਹੀਂ ਕਰਦੇ ਹੁੰਦੇ। ਤਾਂ ਪੰਜਾਬ ਵਿੱਚ ਨੈਨੀ ਇੰਸਟੀਟਿਊਸ਼ਨ ਲੈ ਲਓ, ਜਿੰਨੇ ਵੀ ਆਇਲਸ ਦੇ ਸੈਂਟਰ ਹੈ, ਇਮੀਗ੍ਰੇਸ਼ਨ ਕੰਸਲਟੈਂਟ ਬੈਠੇ ਆ ਫ੍ਰੀ ਲਾਂਸ, ਉਹ ਨੈਨੀ ਦਾ ਕੋਰਸ ਵੀ ਕਰਾ ਰਹੇ। ਇੱਥੋਂ ਉਹਨਾਂ ਨੂੰ ਸ਼ੱਕ ਪੈਂਦਾ ਕਿ ਇਹ ਏਵੀਏਸ਼ਨ ਦਾ ਕੋਰਸ ਵੀ ਕਰਾ ਰਹੇ ਹੈ ਇੱਕ ਕਮਰੇ 'ਚ ਹੀ 10x10 ਦੇ, ਤੇ 에ਅਰ ਹੋਸਟ ਦਾ ਵੀ ਕਰਾ ਰਹੇ ਹੈ, ਕੈਬਿਨ ਕਰੂ ਦਾ ਵੀ ਕਰਾ ਰਹੇ ਹੈ, ਹੋਟਲ ਮੈਨੇਜਮੈਂਟ ਦਾ ਵੀ ਕਰਾ ਰਹੇ ਹੈ। ਤਾਂ ਇਹ ਕਿਵੇਂ ਪੋਸੀਬਲ ਹੈ 10x10 ਦੇ ਵਿੱਚ ਕੈਂਪਸ ਤੋਂ ਬਗੈਰ ਹੀ ਇਹ ਚੀਜ਼ ਹੋਏ? ਤਾਂ ਇਹ ਧਿਆਨ ਰੱਖਣਾ ਹੈ। ਹਾਂਜੀ, ਮਿਨੀਮਮ ਕੁਆਲੀਫਿਕੇਸ਼ਨ ਰਾਜੇ ਇਹਦੇ ਵਿੱਚ ਮਿਨੀਮਮ ਕੋਰਸ ਕਰਨ ਲਈ ਚਾਹੇ 5ਵੀਂ ਫੇਲ ਹੋਵੇ ਬੰਦਾ, ਕੋਈ ਚੱਕਰ ਨਹੀਂ। ਪਰ ਜਦੋਂ ਕੈਨੇਡਾ 'ਚ ਫਾਈਲ ਲੱਗਣੀ ਹੈ ਤਾਂ 13 ਕਲਾਸਾਂ ਅਸੈਸ ਹੋ ਜਾਣ, 13 ਤਾਂ ਫਾਈਲ ਲੱਗਣ ਵਕਤ ਕੋਰਸ ਕਰਨਾ 5ਵੀਂ ਫੇਲ ਵੀ ਕਰ ਸਕਦਾ। ਪਰ ਅਗਰ ਉੱਧਰ ਜਾਣਾ ਹੈ, ਫਾਈਲ ਮੂਵ ਕਰਨੀ ਹੈ, ਤਾਂ 13 ਉੱਧਰੋਂ ਲਿਖਿਆ ਆ ਜੇ EC ਹੋ, ਕਿਉਂਕਿ ਇਹਦੀ ਕੁਆਲੀਫਿਕੇਸ਼ਨ 13 ਦੇ ਇਸ ਤੋਂ ਵੱਧ ਹੈ। ਤੇ ਦੂਸਰਾ ਤੁਸੀਂ ਕੀ ਕੁਐਸਚਨ ਪੁੱਛਿਆ ਸੀ? ਮੈਕਸਿਮਮ ਏਜ 45 ਹੈ। ਪਰ ਅਗਰ ਬੱਚਾ ਕਿਤੇ ਵੀ ਮੈਕਸਿਮਮ ਏਜ ਬਾਰੇ ਜ਼ਿਕਰ ਨਹੀਂ ਹੈ ਕੈਨੇਡਾ ਦੀ ਵੈਬਸਾਈਟ ਤੇ, ਅਫੀਸ਼ੀਅਲ ਵੈਬਸਾਈਟ ਤੇ, ਅਗਰ ਕੋਈ 45, 46, 55 ਵਾਲਾ ਫਿਜ਼ੀਕਲੀ ਫਿੱਟ ਹੈ ਤਾਂ ਉਹਨੂੰ ਵੀ ਨੈਨੀ ਦੇ ਤੌਰ ਤੇ ਰੱਖਿਆ ਜਾ ਸਕਦਾ ਹੈ। ਨਹੀਂ, ਵਰਕ ਪਰਮਿਟ ਦੇ ਦੌਰਾਨ ਤੁਸੀਂ ਨਹੀਂ ਕਰ ਸਕਦੇ। ਇੱਕ ਚੀਜ਼ ਹੋਏਗੀ, ਜਾਂ ਤਾਂ ਪੜ੍ਹਾਈ ਹੋਏਗੀ ਜਾਂ ਵਰਕ ਪਰਮਿਟ ਹੋਏਗਾ, ਤੇ ਇਹ ਭਰਮ ਭੁਲੇਖਾ ਨਹੀਂ ਰੱਖਣਾ। ਕਈ ਬੰਦੇ ਕਹਿੰਦੇ ਕਿ ਆਇਲਸ ਤੋਂ ਬਗੈਰ ਹੀ ਕੈਨੇਡਾ ਜਾਇਆ ਜਾ ਸਕਦਾ। ਤੁਸੀਂ ਦੱਸੋ, ਆਪਾਂ ਅੰਗਰੇਜ਼ ਆਪਣੇ ਘਰ ਲੈ ਆਉਂਦੇ ਹਾਂ ਤੇ ਉਹਦੇ ਅੱਗੇ ਪੰਜਾਬੀ ਬੋਲਦੇ ਆ, ਤਾਂ ਬੰਦਰ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ? ਇਸ ਤਰ੍ਹਾਂ ਹੀ ਅਸੀਂ ਅਗਰ ਉੱਧਰ ਚਲੇ ਗਏ ਤੇ ਆਪਾਂ ਪੰਜਾਬੀ ਬੋਲੀ ਗਈ, ਤੇ ਇੰਪਲਾਇਰ ਕਿਵੇਂ ਉੱਥੋਂ ਦੀ, ਆਪਾਂ ਕਿਤੇ ਜਾਣਾ ਬੱਚੇ ਨੂੰ ਲੈ ਕੇ, ਟੈਲੀਫੋਨ ਨੂੰ ਅਟੈਂਡ ਕਰਨਾ, 911 ਤੇ ਫੋਨ ਕਰਨਾ, ਤਾਂ ਪੰਜਾਬੀ ਬੋਲਾਂਗੇ? ਇਹ ਕੋਈ ਵਾਜਬ ਜੀ ਗੱਲ ਨਹੀਂ ਲੱਗਦੀ। ਆਇਲਸ ਦੇ ਬੈਂਡ ਕੁਛ ਵੀ ਨਹੀਂ, 5 ਈਚ ਚਾਹੀਦਾ ਰੀਡਿੰਗ ਦੇ ਵਿੱਚ, 4 ਵੀ ਚੱਲੇਗਾ, ਜਿਹਨੂੰ CLB 5 ਕਹਿੰਦੇ ਹੈਗੇ। ਬਿਲਕੁਲ ਐਗਰੀਮੈਂਟ 'ਚ ਲਿਖਿਆ ਹੋਏਗਾ ਕਿ ਉਹ ਕੁਕਰੀ ਦਾ ਵੀ ਲੈ ਸਕਦਾ ਹੈ, ਹੋਮਵਰਕ ਬੱਚੇ ਦਾ ਕਰਵਾਉਣਾ ਹੋਏਗਾ ਉਹ ਵੀ ਲੈ ਸਕਦਾ ਹੈ, ਤੇ ਉਹਦੇ ਵਿੱਚ ਕੋਈ ਪੈਟ ਕੇਅਰ ਨਾਲ ਸੰਬੰਧਿਤ ਹੈ, ਕਿਉਂਕਿ ਉਹਨਾਂ ਕੋਲ ਡੌਗਸ ਤੇ ਕੈਟਸ ਹੁੰਦੀਆਂ, ਉਹਨਾਂ ਦੇ ਨਾਲ ਸੰਬੰਧਿਤ ਬੱਚੇ ਦੀ। ਉਸ ਤੋਂ ਬਾਅਦ ਵੀਕਐਂਡ ਦੇ ਉੱਪਰ ਉਹਨਾਂ ਨੇ ਕਿਤੇ ਨਾ ਕਿਤੇ ਜਾਣਾ, ਤਾਂ ਉਹ ਟ੍ਰਾਂਜ਼ਿਟ ਕਰਨਾ ਉਹਨਾਂ ਨੇ, ਤਾਂ ਉਹਨੇ ਕਿਹਾ ਹੋਇਆ ਕਿ ਮੇਰੇ ਨਾਲ ਚੱਲੋ। ਉਹ ਸਾਰਾ ਐਗਰੀਮੈਂਟ 'ਚ ਲਿਖਿਆ ਹੁੰਦਾ, ਆਪ ਜੀ ਨੂੰ ਪੜ੍ਹਨਾ ਚਾਹੀਦਾ। ਉਸ ਤੋਂ ਬਾਅਦ ਆਪਾਂ ਨੂੰ ਅਗਰ ਇੰਡੀਅਨ ਫੈਮਿਲੀ 'ਚ ਜਾ ਰਿਹਾ ਪੰਜਾਬੀ, ਤਾਂ ਆਪਾਂ ਨੂੰ ਡਿਸ਼ਿਜ਼ ਬਣਾਉਣੀਆਂ ਆਉਣੀਆਂ ਚਾਹੀਦੀਆਂ, ਉਹ ਸਾਰਾ ਲਿਖਿਆ ਹੋਏਗਾ ਐਗਰੀਮੈਂਟ 'ਤੇ, ਤਾਂ ਹੀ ਸਾਈਨ ਕਰੋਗੇ। ਇਹ ਤਾਂ ਨਹੀਂ ਹੈ ਕਿ ਜਿਵੇਂ ਹੁਣ ਇੱਥੇ ਹੁੰਦਾ ਵੀ ਕੈਨੇਡਾ ਦਾ ਇੱਕ ਲੜਕਾ ਆ ਗਿਆ, ਲੜਕੀ ਜਿਹੜੀ ਹੈਗੀ ਬੜੀ ਪੜ੍ਹੀ ਲਿਖੀ ਹੈ, ਉਹਨੇ ਦੇਖਿਆ ਜੀ ਇਹ ਕੈਨੇਡਾ ਦਾ PR ਹੈ ਬੰਦਾ, ਤਾਂ ਇਹ ਚੀਜ਼ PR ਇਕੱਲੇ ਹੋ ਕੇ ਉਹਨੂੰ ਲੈ ਜਾਏਗਾ ਲੜਕੀ ਨੂੰ, ਤਾਂ ਬਾਕੀ ਚੀਜ਼ਾਂ ਡਾਇਲਿਊਟ ਥੋੜ੍ਹਾ ਹੋ ਜਾਂਦੀਆਂ। ਹੁਣ ਸ਼ਰਾਬੀ ਦੇ ਹੱਥ ਥੋੜ੍ਹਾ ਆਪਾਂ ਭੇਜਾਂਗੇ ਆਪਣੀ ਲੜਕੀ ਨੂੰ, ਤਾਂ ਇਹ ਚੀਜ਼ ਜਿਹੜੀ ਹੈ ਇਹ ਧਿਆਨ ਰੱਖਣੀ ਚਾਹੀਦੀ ਹੈ। ਕੱਲਾ ਇਹ ਨਹੀਂ ਦੇਖਣਾ, ਐਗਰੀਮੈਂਟ ਪੜ੍ਹਨਾ ਚਾਹੀਦਾ ਜਿਹੜਾ ਜੌਬ ਆਫਰ ਵਾਲਾ 5 ਪੇਜ ਦਾ ਹੈਗਾ। ਹਾਂਜੀ, ਓਬਵੀਅਸ ਹੈ 2 ਸਾਲ ਦਾ, ਮੰਨ ਲਓ ਤੁਸੀਂ 2 ਸਾਲ ਦੇ 'ਚ ਐਕਸਪਾਇਰਡ ਹੋ ਜਾਂਦੀ ਹੈ, ਜਦੋਂ ਤੁਸੀਂ ਤੁਹਾਡੀ PR ਦਾ ਪ੍ਰੋਸੈਸ ਇਨੀਸ਼ੀਏਟ ਹੋ ਜਾਣਾ ਉੱਥੇ, ਤਾਂ ਉਸ ਟਾਈਮ ਆਇਲਸ ਤੁਹਾਡੀ ਕੀ ਸਟੇਟਸ ਹੈ, ਉਹਦਾ ਸਟੇਟਸ ਕੀ ਹੈ, ਇਹ ਦੇਖਣਾ ਪਏਗਾ ਨਾ। ਤਾਂ ਆਇਲਸ ਇੱਥੇ ਕੀਤੀ ਹੈ ਤਾਂ ਉੱਥੇ ਕਰਨ 'ਚ ਕੀ ਫਰਕ ਹੈ? ਹਾਂਜੀ ਉਹ ਇੰਡੀਆ ਤੋਂ ਨਹੀਂ ਲੱਗਦੀ, ਐਡਮਿੰਟਨ ਤੋਂ ਲੱਗਦੀ ਹੈਗੀ। ਨੈਚੁਰਲੀ ਆਨਲਾਈਨ ਲਗਾਉਣੀ ਚਾਹੀਦੀ ਹੈ, ਕਿਸੇ ICCRC ਸਰਟੀਫਾਈਡ ਵਕੀਲ ਤੋਂ ਲਗਾਉਣੀ ਚਾਹੀਦੀ ਹੈ। ਉਹਨੂੰ ਪਹਿਲਾਂ ਪੁੱਛ ਲੈਣਾ ਚਾਹੀਦਾ ਕਿ ਦੇਖੋ ਸਾਡਾ ਲਗਾਉਣ ਦੀ ਫਾਈਲ ਦੇ ਕੀ ਚਾਰਜਿਸ ਹੈ, ਠੀਕ ਹੈ। ਅਗਰ ਕੋਈ ਇੰਪਲਾਇਰ ਮੰਗ ਰਿਹਾ ਉਸ ਤੋਂ ਵੀ ਪੁੱਛ ਲਓ ਕੀ ਹੈ। ਤੇ ਤੀਸਰਾ ਇਹ ਯਾਦ ਰੱਖੋ ਕਿ ਕਈ ਵਾਰੀ ICCRC ਵਕੀਲ ਕਹਿੰਦਾ ਕਿ ਮੈਂ PR ਦੇ ਅਲੱਗ ਪੈਸੇ